MA फाइनल 4th ਸਮੈਸਟਰ वाले स्टूडेंट्स। बेटा अज जिहड़ा असीं अपना टॉपिक करना है वो टॉपिक है कि जिहड़ी लिपि है ना, कोई भी लिपि, ਉਹਦੇ 'ਚ मैं ये नहीं कह रही सिर्फ गुरमुखी लिपि, लिखण वाली कोई भी लिपि जिहड़ी है वो किवें विकास करती है ਤੇ ਭਾਰਤ ਵਿੱਚ ਪੁਰਾਤਨ ਜਿਹੜੀਆਂ ਕਿਹੜੀਆਂ ਲਿਪੀਆਂ ਸੀਗੀਆਂ ਤੇ ਫਿਰ ਪੰਜਾਬ ਵਿੱਚ ਕਿਹੜੀਆਂ ਲਿਪੀਆਂ ਪ੍ਰਚਲਿਤ ਰਹੀਆਂ, ਜਿਨ੍ਹਾਂ ਤੋਂ ਜੋ ਬਾਅਦ ਵਿੱਚ ਗੁਰਮੁਖੀ ਲਿਪੀ ਜੋ ਹੈ ਹੋਣ ਦੀ ਚਾਹੀ। ਜਿਸ ਤਰ੍ਹਾਂ ਬੇਟਾ ਭਾਸ਼ਾ ਦੇ ਲਈ ਇਹ ਕਿਹਾ ਜਾਂਦਾ ਹੈ ਕਿ ਭਾਸ਼ਾ ਜੋ ਹੈ ਸਮਾਜ ਦੀ ਦੇਣ ਹੈ, ਭਾਸ਼ਾ ਰੱਬ ਦੀ ਦੇਣ ਨਹੀਂ ਹੈ। ਬਾਕੀ ਸਾਰੇ ਜਿਵੇਂ ਅਸੀਂ ਪਿਛਲੇ ਸਮੈਸਟਰ ਵਿੱਚ ਭਾਸ਼ਾ ਵਾਲੇ ਚੈਪਟਰ ਵਿੱਚ ਟੋਪਿਕ ਵਿੱਚ ਕਰਦੇ ਰਹੇ ਨਾ ਕਿ ਭਾਸ਼ਾ ਜਿਹੜੀ ਹੈ ਉਹ ਮਨੁੱਖ ਸਮਾਜ ਵਿੱਚ ਰਹਿ ਕੇ ਹੀ ਸਿੱਖ ਸਕਦਾ ਹੈ। ਉਹ ਖਾਣ ਪੀਣ ਸੌਣ ਅਤੇ ਬਾਕੀ ਜਿਹੜੀਆਂ ਸਾਡੀਆਂ ਸਰੀਰਕ ਕਿਰਿਆਵਾਂ ਨੇ ਉਹਨਾਂ ਦੀ ਤਰ੍ਹਾਂ ਉਹ ਰੱਬ ਨੇ ਨਹੀਂ ਦਿੱਤੀ, ਭਾਸ਼ਾ ਰੱਬ ਨੇ ਨਹੀਂ ਦਿੱਤੀ। ਉਸੇ ਤਰ੍ਹਾਂ ਜੋ ਹੈ ਲਿਪੀ ਵੀ ਜੋ ਹੈ ਉਹ ਮਨੁੱਖ ਸਮਾਜ ਵਿੱਚ ਰਹਿ ਕੇ ਹੀ ਸਿੱਖ ਸਕਦਾ ਹੈ। ਸਮਾਜ ਤੋਂ ਬਾਹਰ ਜੋ ਹੈ ਲਿਪੀ ਸਿੱਖਣ ਦਾ ਕੋਈ ਹੀ ਨਹੀਂ ਹੋ ਸਕਦਾ। ਅਤੇ ਹੌਲੀ ਹੌਲੀ ਜੋ ਹੈ ਲਿਪੀ ਕਿਵੇਂ ਵਿਕਾਸ ਕਰਦੀ ਰਹੀ ਅਤੇ ਕਿਵੇਂ ਜੋ ਹੈ ਹੁਣ ਵਾਲੇ ਜਿਹੜਾ ਸਾਡੇ ਕੋਲ ਕਾਫੀ ਸਮੇਂ ਤੋਂ ਤੁਰਿਆ ਆ ਰਿਹਾ ਹੈ 400-500 ਸਾਲਾਂ ਤੋਂ, ਕਿ ਇਹ ਕਿਵੇਂ ਹੋਣ ਦੀ ਚਾਹਿਆ। ਫਿਰ ਸਾਡੇ ਕੋਲ ਧੁਨੀਆਤਮਕ ਪੈਟਰਨ ਕਿਵੇਂ ਹੋਣ ਦੀ ਚਾਹਿਆ, ਇੰਨਾ ਵਧੀਆ ਤਰੀਕੇ ਨਾਲ ਸਾਇੰਟੀਫਿਕ ਤਰੀਕੇ ਨਾਲ ਬਣਿਆ ਹੋਇਆ ਪੈਟਰਨ ਕਿਵੇਂ ਸਾਡੇ ਕੋਲ ਹੋਣ ਦੀ ਚਾਹਿਆ। ਇਹ ਸਾਰੀ ਚਰਚਾ ਜੋ ਹੈ ਅਸੀਂ ਹੁਣ ਮਤਲਬ ਕਿ ਜਿਹੜੀਆਂ 2-3 ਵੀਡੀਓਜ਼ ਬਣਾਵਾਂਗੇ ਉਹਦੇ 'ਚ ਹੋਏਗੀ, ਥੋੜ੍ਹੀ ਕਰਕੇ ਹੋਏਗੀ, ਜ਼ਿਆਦਾ ਇਕੱਠਾ ਤਾਂ ਨਹੀਂ ਹੋ ਪਾਏਗਾ। ਦੇਖੋ ਅੱਜ ਅਸੀਂ ਕੀ ਕਰਨਾ ਹੈ ਕਿ ਲਿਪੀ ਕਲਾ, ਲਿਪੀ ਦਾ ਵਿਕਾਸ, ਪੁਰਾਤਨ ਭਾਰਤੀ ਅਤੇ ਪੰਜਾਬ ਦੀਆਂ ਲਿਪੀਆਂ, ਇਹ ਸਾਰੀਆਂ ਬਾਰੇ ਜੋ ਹੈ ਥੋੜ੍ਹਾ ਕਰਕੇ ਅਸੀਂ ਪਹੁੰਚਾਂਗੇ। ਦੇਖੋ ਜੀ, ਜਿੱਥੇ ਲਿਖਿਆ ਲਿਪੀ ਕਲਾ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ ਲਿਪੀ ਬਾਰੇ ਜਾਣਕਾਰੀ। ਕੀ ਲਿਖਿਆ ਇੱਥੇ? ਨੰਬਰ 1 ਲਿਖਿਆ ਨਾ, ਲਿਪੀ ਬਾਰੇ ਜਾਣਕਾਰੀ। ਫਿਰ ਲਿਪੀ ਦੇ ਵਿਕਾਸ ਪੜਾਅ ਅਤੇ ਨੰਬਰ 3 ਦੇ ਅੱਗੇ ਕੀ ਲਿਖਿਆ? ਲਿਖਤ ਅਤੇ ਉਚਾਰ, ਕਿ ਲਿਪੀ ਨੂੰ ਲਿਖਣਾ ਅਤੇ ਉਹਨੂੰ ਬੋਲਣਾ ਅਤੇ ਇਸ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਮਿਲਦੀ ਹੈ। ਭਾਸ਼ਾ ਵਿਗਿਆਨ ਦੇ ਅੰਤਰਗਤ ਆਉਂਦਾ ਇਹ ਵਾਲਾ ਵਿਸ਼ਾ ਵੀ, ਕਿਉਂਕਿ ਬੋਲਣ ਅਤੇ ਲਿਖਣ ਦੇ ਕਾਰਜ, ਕਿਉਂਕਿ ਬੋਲਣਾ ਅਤੇ ਲਿਖਣਾ ਜਿਹੜੇ ਨੇ ਨਾ ਉਹ ਭਾਸ਼ਾ ਦੇ ਕਾਰਜ ਹਨ। ਬੋਲਣਾ ਅਤੇ ਲਿਖਣਾ ਭਾਸ਼ਾ ਦੇ ਕਾਰਜ ਨੇ ਅਤੇ ਬੋਲਾਂ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਅੱਖਰ ਜਾਂ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਦਾ ਨਾਂ ਦਿੱਤਾ ਜਾਂਦਾ। ਠੀਕ ਹੈ ਨਾ, ਬੋਲਣ ਲਈ ਲਿਖੇ ਜਾਣ ਵਾਲੇ ਚਿੰਨ੍ਹਾਂ ਜਾਂ ਅੱਖਰਾਂ ਦੇ ਸਮੂਹ ਨੂੰ ਜੋ ਹੈ ਉਹ ਲਿਪੀ ਦਾ ਨਾਮ ਦਿੱਤਾ ਜਾਂਦਾ ਹੈ। ਭਾਵੇਂ ਭਾਸ਼ਾ ਵਿਗਿਆਨੀ ਆਪਣੇ ਅਧਿਐਨ ਸਮੱਗਰੀ ਵਜੋਂ ਉਚਰਿਤ ਭਾਸ਼ਾ ਨੂੰ ਹੀ ਪਹਿਲ ਦਿੰਦੇ ਹਨ, ਜਿਹੜੀ ਭਾਸ਼ਾ ਬੋਲੀ ਜਾ ਰਹੀ ਹੁੰਦੀ ਹੈ ਨਾ ਉਸੇ ਨੂੰ ਭਾਸ਼ਾ ਵਿਗਿਆਨੀ ਪਹਿਲ ਦਿੰਦੇ ਹਨ, ਪਰ ਲਿਖਤ ਭਾਸ਼ਾ ਵੀ ਕਿਸੇ ਖਾਸ ਸਮੇਂ ਉਚਰੀ ਹੋਈ ਮਨੁੱਖੀ ਭਾਸ਼ਾ ਦੀ ਜਾਣਕਾਰੀ ਹੈ। ਭਾਵੇਂ ਭਾਸ਼ਾ ਵਿਗਿਆਨੀ ਜਿਹੜੀ ਅਸੀਂ ਆਵਾਜ਼ਾਂ ਕੱਢਦੇ ਹਾਂ ਉਹਨਾਂ ਨੂੰ ਪਹਿਲ ਦਿੰਦੇ ਨੇ ਅਧਿਐਨ ਦਾ ਵਿਸ਼ਾ ਬਣਾਉਣ ਦੇ ਲਈ, ਪਰ ਜਿਹੜੀ ਲਿਖਤੀ ਭਾਸ਼ਾ ਹੈ ਨਾ ਉਹ ਵੀ ਕਿਤੇ ਨਾ ਕਿਤੇ ਕਿ ਇਹਨਾਂ ਦੀ ਅੱਖਰਾਂ ਦੀ ਬਣਾਵਟ ਕਿਵੇਂ ਬਣੀ, ਕਿਵੇਂ ਹੋਣ ਦੀ ਚਾਹੇ, ਕਿਵੇਂ ਦੂਜੀਆਂ ਭਾਸ਼ਾਵਾਂ ਤੋਂ ਲਏ, ਇਹ ਸਾਰਾ ਵੀ ਜੋ ਹੈ ਐਸੇ ਦੇ ਅੰਤਰਗਤ ਆਉਂਦਾ ਹੈ। ਭਾਸ਼ਾ ਵਾਂਗ ਲਿਪੀ ਦੀ ਕਾਢ ਵੀ ਮਨੁੱਖ ਨੇ ਹੀ ਕੱਢੀ ਹੈ। ਰੱਬ ਨੇ ਇਹ ਵਾਲੀ ਕਾਢ ਨਹੀਂ ਕੱਢੀ ਕਿ ਮਨੁੱਖੀ ਮਨ ਵਿੱਚ ਆਏ ਨਵੇਂ ਵਿਚਾਰ, ਨਵੀਆਂ ਸੋਚਾਂ ਨੂੰ ਚਿੰਨ੍ਹਾਂ, ਅੱਖਰਾਂ, ਤਸਵੀਰਾਂ ਰਾਹੀਂ ਪ੍ਰਗਟਾਉਣਾ ਜੋ ਹੈ ਇਹ ਲਿਪੀ ਦੇ ਅੰਤਰਗਤ ਆਉਂਦਾ ਹੈ। ਮਨੁੱਖੀ ਭਾਸ਼ਾ ਵਿਕਾਸ ਭਾਸ਼ਾ ਅਤੇ ਲਿਪੀ ਦੇ ਕਾਰਨ ਹੀ ਸੰਭਵ ਹੈ। ਹੁਣ ਜੇਕਰ ਬਾਕੀ ਸਾਰੇ ਜਾਨਵਰਾਂ ਨਾਲੋਂ ਮਨੁੱਖ ਨੇ ਤਰੱਕੀ ਕੀਤੀ ਹੈਗੀ ਹੈ, ਉਹਦੇ ਕੋਲ 2 ਮੇਨ ਹਥਿਆਰ ਆਪਾਂ ਇਹਨਾਂ ਨੂੰ ਕਹਾਂਗੇ, ਇੱਕ ਭਾਸ਼ਾ ਸੀਗੀ, ਇੱਕ ਭਾਸ਼ਾ ਹੈ ਅਤੇ ਦੂਜੀ ਜੋ ਹੈ ਲਿਪੀ ਹੈ, ਕਿ ਉਹਦੇ ਕੋਲ ਲਿਖਤ ਢੰਗ ਨਾਲ ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾਉਣ ਦੀ ਸਮਰੱਥਾ ਹੈ, ਬੋਲ ਕੇ ਆਪਣੇ ਵਿਚਾਰ ਦੂਜਿਆਂ ਤੱਕ ਪਹੁੰਚਾਉਣ ਦੀ ਸਮਰੱਥਾ ਹੈ, ਤਾਂ ਹੀ ਜੋ ਹੈ ਮਨੁੱਖੀ ਸੱਭਿਅਤਾ ਵਿਕਾਸ ਕਰ ਗਈ। ਅੱਗੇ ਦੇਖੋ ਬੇਟਾ, ਜਿੱਥੇ ਲਿਖਿਆ ਲਿਪੀ ਦਾ ਨਿਕਾਸ ਅਤੇ ਵਿਕਾਸ, ਨਿਕਲੀ ਕਿੱਥੋਂ ਦੀ ਅਤੇ ਫਿਰ ਉਹਨੇ ਵਿਕਾਸ ਕਿਵੇਂ ਕੀਤਾ। ਭਾਸ਼ਾ ਵਾਂਗ ਇਹ ਵਿਸ਼ਵਾਸ ਵੀ ਪ੍ਰਚਲਿਤ ਰਿਹਾ ਕਿ ਲਿਪੀ ਦੀ ਕਾਢਤ ਰੱਬ ਜਾਂ ਦੇਵਤਿਆਂ ਨੇ ਕੀਤੀ। ਮਤਲਬ ਕਿ ਬੜੇ ਪੁਰਾਣੇ ਸਮੇਂ ਤੋਂ ਲੋਕ ਆਪਣੇ ਦੇਵਤਿਆਂ ਦੇ ਨਾਲ ਆਪਣੀ ਲਿਪੀ ਨੂੰ ਜੋੜਦੇ ਰਹੇ ਕਿ ਦੇਖੋ ਸਾਡੀ ਲਿਪੀ ਫਲਾਣੇ ਦੇਵਤੇ ਨੇ ਬਣਾਈ, ਸਾਡੀ ਫਲਾਣੇ ਨੇ। ਇਸ ਪੈਰਾਗ੍ਰਾਫ ਵਿੱਚ ਇਹੀਓ ਚਰਚਾ ਕਰਾਂਗੇ ਅਸੀਂ, ਪਰ ਉਹ ਕੋਈ ਓਥੈਂਟਿਕ ਨਹੀਂ ਹੈ ਇਹ ਗੱਲ ਕਿ ਦੇਵਤਿਆਂ ਨੇ ਬਣਾਈ।
ਐਸੇ ਪੱਖ ਅਨੁਸਾਰ ਲਿਪੀ ਨੂੰ ਹਰ ਦੇਸ਼ ਦੀ ਕੌਮ, ਖਿੱਤੇ ਦੇ ਲੋਕ ਧਰਮ ਪੱਖੋਂ ਆਪਣੇ ਦੇਵਤੇ ਜਾਂ ਪੂਜਨੀਕ ਪਰਮਾਤਮਾ ਦੀ ਦੇਣ ਸਮਝਦੇ ਹਨ। ਲਿਪੀ ਨੂੰ ਕਿ ਰੱਬ ਨੇ ਦਿੱਤੀ। ਯਹੂਦੀਆਂ ਅਨੁਸਾਰ ਉਹਨਾਂ ਦੀ ਲਿਪੀ ਦੀ ਘਾਟ ਜੋ ਹੈ ਮੂਸਾ ਨੇ ਕੀਤੀ। ਅਤੇ ਯੂਨਾਨ ਦੇ ਲੋਕ ਕੀ ਮੰਨਦੇ ਨੇ ਕਿ ਕੋਮਸ ਦੇਵਤੇ ਨੇ ਉਹਨਾਂ ਦੀ ਬ੍ਰਹਮੀ ਲਿਪੀ ਉਹਨਾਂ ਦੀ ਲਿਪੀ ਬਣਾਈ। ਅਤੇ ਬ੍ਰਹਮੀ ਲਿਪੀ ਜਿਹੜੀ ਹੈ ਉਹ ਬ੍ਰਹਮਾ ਨਾਲ ਸੰਬੰਧਿਤ ਮੰਨੀ ਜਾਂਦੀ ਹੈ। ਯੂਨਾਨੀਆਂ ਦੀ ਕੋਮਸ ਦੇਵਤੇ ਨਾਲ, ਬ੍ਰਹਮੀ ਲਿਪੀ ਜੋ ਹੈ ਬ੍ਰਹਮਾ ਦੇ ਨਾਲ। ਸੰਸਾਰ ਦੀਆਂ ਸਾਰੀਆਂ ਲਿਪੀਆਂ ਦੇ ਨਾਂ ਉਹਨਾਂ ਦੇ ਦੇਵਤਿਆਂ, ਗੁਰੂਆਂ ਅਤੇ ਪੀਰਾਂ ਨਾਲ ਜੁੜੇ ਹੋਏ ਹਨ। ਸਿੱਧ ਮਾਤ੍ਰਿਕਾ ਜਿਹੜੀ ਲਿਪੀ ਹੈਗੀ ਹੈ ਉਹਦਾ ਸੰਬੰਧ ਜੋ ਹੈ ਸਿੱਧਾਂ ਨਾਲ, ਨਾਥਾਂ, ਜੋਗੀਆਂ ਨਾਲ ਜੁੜਿਆ ਹੋਇਆ ਹੈ। ਸ਼ਾਰਦਾ ਲਿਪੀ ਜੋ ਹੈ ਉਹ ਸਰਸਵਤੀ ਦੇਵੀ ਨਾਲ ਜੋੜੀ ਜਾਂਦੀ ਹੈ। ਅਤੇ ਗੁਰਮੁਖੀ ਲਿਪੀ ਜੋ ਹੈ, ਜਿਵੇਂ ਅਸੀਂ ਕੱਲ੍ਹ ਚਰਚਾ ਕੀਤੀ ਕਿ ਇੱਕ ਵਿਦਵਾਨ ਕਹਿੰਦੇ ਨੇ ਕਿ ਗੁਰੂ ਸਾਹਿਬਾਨ ਨੇ ਬਣਾਈ ਅਤੇ ਉਹਨਾਂ ਦੇ ਨਾਂ ਨਾਲ ਇਹਨੂੰ ਜੋੜ ਲਿਆ ਜਾਂਦਾ ਹੈ। ਇਸ ਤਰ੍ਹਾਂ ਲਿਪੀ ਦੀ ਹੋਂਦ ਜੋ ਹੈ ਮਨੁੱਖ ਦੀ ਸੂਝ ਹੈ, ਕੋਈ ਦੇਵੀ ਦੇਵਤੇ ਦੀ ਨਹੀਂ। ਦੇਖੋ ਇਹੀ ਵਾਲੀ ਗੱਲ ਨੂੰ ਇੱਧਰ ਮੈਂ ਐਰੋ ਪਾ ਕੇ ਇਹਨੂੰ ਲਿਖਿਆ ਹੋਇਆ ਕਿ ਯਹੂਦੀਆਂ ਦੀ ਜਿਹੜੀ ਲਿਪੀ ਹੈ ਉਹ ਕੀ ਸੋਚਦੇ ਨੇ ਕਿ ਮੂਸਾ ਨੇ ਬਣਾਈ। ਯੂਨਾਨੀ ਲੋਕਾਂ ਦੀ ਕੋਮਸ ਦੇਵਤੇ ਨੇ, ਬ੍ਰਹਮੀ ਲਿਪੀ ਬ੍ਰਹਮਾ ਨੇ, ਸਿੱਧ ਮਾਤ੍ਰਿਕਾ ਸਿੱਧਾਂ ਨੇ, ਅਤੇ ਸ਼ਾਰਦਾ ਲਿਪੀ ਸ਼ਾਰਦਾ ਦੇਵੀ ਨੇ। ਅਤੇ ਗੁਰਮੁਖੀ ਜੋ ਹੈ ਉਹ ਬਣਾ ਲਈ ਜਾਂਦੀ ਹੈ ਕਿ ਗੁਰੂ ਸਾਹਿਬਾਨ ਨੇ ਬਣਾਈ। ਪਰ ਅਜਿਹਾ ਨਹੀਂ ਹੈ। ਜਿਵੇਂ ਜਿਵੇਂ ਕਰਕੇ ਹੌਲੀ ਹੌਲੀ ਲਿਪੀ ਨੇ ਵਿਕਾਸ ਕੀਤਾ, ਉਹ ਵਾਲੇ ਪੜਾਵਾਂ ਦੀ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜਿਹੜੀ ਲਿਪੀ ਹੈ ਨਾ, ਹੁਣ ਬੇਟਾ ਦੇਖੋ ਲਿਪੀ ਨੇ ਦੇਖੋ ਕਦੋਂ ਵਿਕਾਸ ਕੀਤਾ, ਇਹ ਤਾਂ ਕਿਸੇ ਦੇ ਮਤਲਬ ਕਿ ਬਹੁਤ ਔਖੀ ਗੱਲ ਹੈ ਕਿ ਕਦੋਂ ਕੀਤਾ ਹੋਏਗਾ, ਅਸੀਂ ਕੋਈ ਟਾਈਮ ਪੀਰੀਅਡ ਨਹੀਂ ਦੱਸ ਸਕਦੇ। ਪਰ ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਅਨਪੜ੍ਹ ਹੁੰਦੇ ਨੇ ਨਾ, ਜਿਨ੍ਹਾਂ ਨੂੰ ਲਿਖਣਾ ਪੜ੍ਹਨਾ ਨਹੀਂ ਆਉਂਦਾ, ਉਹ ਫਿਰ ਕੀ ਕਰਦੇ ਨੇ, ਕੋਈ ਗੱਠਾਂ ਦੇ ਹਿਸਾਬ ਨਾਲ ਜਾਂ ਕਿਸੇ ਚੀਜ਼ ਦੀ ਕਿਸੇ ਨਾ ਕਿਸੇ ਨਿਸ਼ਾਨੀ ਦੇ ਤੌਰ 'ਤੇ ਕਿਸੇ ਧਾਗੇ 'ਚ ਗੱਠ ਮਾਰ ਲੈਣੀ, ਕਿਸੇ ਰੰਗ ਦਾ ਧਾਗਾ ਲਾ ਲੈਣਾ। ਇਹਨਾਂ ਗੱਲਾਂ ਦੇ ਨਾਲ ਫਿਰ ਯਾਦ ਰੱਖਦੇ ਨੇ ਆਪਣਾ ਉਸ ਕਿਸੇ ਵੀ ਚੀਜ਼ ਨੂੰ। ਜਿਵੇਂ ਅਸੀਂ ਤਾਂ ਲਿਖ ਕੇ ਕੁਛ ਪਾ ਲੈਂਦੇ ਹਾਂ ਨਾ, ਵਿੱਚ ਪਰਚੀ ਪੁਰਚੀ ਪਾ ਲੈਂਦੇ ਹਾਂ। ਪਰ ਜਿਹੜੇ ਲੋਕ ਅਨਪੜ੍ਹ ਹੁੰਦੇ ਨੇ ਉਹ ਫਿਰ ਕੀ ਕਰਦੇ ਨੇ, ਕਿਸੇ ਧਾਗੇ, ਲਾਲ ਰੰਗ ਦਾ ਧਾਗਾ ਫਲਾਣੀ ਚੀਜ਼ ਨੂੰ ਮੈਂ ਬੰਨ੍ਹਿਆ ਸੀ, ਹਰੇ ਰੰਗ ਦਾ ਫਲਾਣੀ ਨੂੰ ਬੰਨ੍ਹਿਆ ਸੀ, ਉਹ ਐਵੇਂ ਕਰਕੇ ਫਿਰ ਗੱਲਾਂ ਨੂੰ ਧਿਆਨ ਰੱਖਦੇ ਨੇ। ਜਾਂ ਉਹਨਾਂ ਕੋਲ ਜੇਕਰ 100 ਰੁਪਈਏ ਹੁੰਦੇ ਸੀ, 100 ਗੰਢਾ ਮਾਰ ਕੇ ਇੱਕ ਧਾਗਾ ਰੱਖ ਲੈਂਦੇ ਸੀ ਉਹਦੇ 'ਚ, ਕਿ ਇਹਦੇ 'ਚ ਮੇਰੇ 100 ਰੁਪਈਏ ਨੇ। ਉਹਨੂੰ ਕਿਹਾ ਜਾਂਦਾ ਸੀ ਗੰਢ ਲਿਪੀ। ਲਿਪੀ ਦਾ ਪਹਿਲਾ ਰੂਪ ਜੋ ਹੈ ਉਹ ਗੰਢ ਲਿਪੀ ਹੈ ਮੰਨਿਆ ਜਾਂਦਾ ਹੈ। ਇਹ ਕੋਈ ਲਿਖਤੀ ਰੂਪ ਨਹੀਂ ਸੀ, ਸਗੋਂ ਰੰਗਾਂ ਦੇ ਧਾਗਿਆਂ ਨੂੰ ਗੰਢਾਂ ਬੰਨ੍ਹ ਕੇ ਭਾਵ ਪ੍ਰਗਟਾਉਣ ਦੀ ਇੱਕ ਵਿਧੀ ਸੀ। ਇਸ ਨੂੰ ਸੂਤਰ ਲਿਪੀ ਵੀ ਕਹਿ ਲਿਆ ਜਾਂਦਾ ਸੀ, ਕਿਉਂਕਿ ਇਸ ਦੇ ਮਨੋਰਥ ਲਈ ਸੂਤਰ ਦੀ ਵਰਤੋਂ ਕੀਤੀ ਜਾਂਦੀ ਸੀ। ਸੂਤਰ ਕੀ ਹੁੰਦਾ? ਧਾਗਾ ਹੁੰਦਾ। ਧਾਗਿਆਂ ਦੀ ਵੱਖ-ਵੱਖ ਮੋਟਾਈ ਤੇ ਲੰਬਾਈ, ਵੱਖ-ਵੱਖ ਰੰਗਾਂ ਤੇ ਗੰਢਾਂ ਦੀ ਗਿਣਤੀ ਦੇ ਆਧਾਰ 'ਤੇ ਵੱਖ-ਵੱਖ ਭਾਵ ਪ੍ਰਗਟਾਏ ਜਾਂਦੇ ਸੀਗੇ। ਠੀਕ ਹੈ ਨਾ। ਜੇਕਰ ਕੋਈ ਸ਼ਗਨਾਂ ਦੀ ਚੀਜ਼ ਹੁੰਦੀ ਸੀ, ਉਹਨੂੰ ਲਾਲ ਰੰਗ ਦੀ, ਕੋਈ ਬਦਸ਼ਗਨੀ ਵਾਲੀ ਕਾਲੇ ਰੰਗ ਦੀਆਂ ਵੀ ਕਰਕੇ ਬੰਨ੍ਹ ਲੈਂਦੇ ਹੁੰਦੇ ਸੀ ਬਜ਼ੁਰਗ। ਕਈ ਵਾਰੀ ਭਾਵ ਨੂੰ ਸੰਪੂਰਨ ਰੂਪ ਵਿੱਚ ਸਮਝਾਉਣ ਲਈ ਧਾਗਿਆਂ ਨੂੰ ਮੋਤੀ ਵੀ ਬੰਨ੍ਹੇ ਜਾਂਦੇ ਸਨ। ਠੀਕ ਹੈ ਨਾ। ਹੁਣ ਜਿਵੇਂ ਰੱਖੜੀ 'ਤੇ ਮੋਤੀ ਲੱਗੇ ਹੁੰਦੇ ਨੇ, ਇਹ ਵੀ ਪੁਰਾਣੀ ਗੱਲ ਹੈ ਕਿ ਉਹ ਆਪਣੇ ਭਰਾ ਨੂੰ ਦਾ ਸ਼ਗਨ ਹੁੰਦਾ। ਉਹ ਕਈ ਦੇਸ਼ਾਂ ਘੋਗਿਆਂ, ਕੋਡੀਆਂ ਅਤੇ ਸੋਟੀਆਂ ਰਾਹੀਂ ਵੀ ਸੁਨੇਹੇ ਭੇਜੇ ਜਾਂਦੇ ਸਨ ਕਿ ਕੋਈ ਕੋਡੀ ਭੇਜ ਦੇਣੀ, ਕੋਈ ਸੋਟੀ ਭੇਜ ਦੇਣੀ। ਗ੍ਰੰਥ ਸ਼ਬਦ ਉਤਪੱਤੀ ਜੋ ਹੈ, ਗ੍ਰੰਥ ਜੋ ਵਰਡ ਹੈ ਨਾ, ਉਹ ਗੰਢ ਤੋਂ ਹੀ ਬਣਿਆ। ਇਹ ਜਿਹੜਾ ਗੰਢ ਲਿਪੀ ਹੈ ਨਾ, ਐਸੇ ਤੋਂ ਬਣਿਆ ਗ੍ਰੰਥ ਸ਼ਬਦ। ਰੰਗ ਬਿਰੰਗੇ ਧਾਗਿਆਂ ਦੇ ਆਧਾਰ ਉੱਪਰ ਹੀ ਅਸੀਂ ਅੱਖਰਾਂ ਨੂੰ ਵਰਣ ਰੰਗ, ਠੀਕ ਹੈ ਨਾ, ਰੰਗ ਬਿਰੰਗੇ ਧਾਗਿਆਂ ਦੇ ਆਧਾਰ ਉੱਪਰ ਹੀ ਅਸੀਂ ਜੋ ਹੈ ਜਿਹੜੇ ਅੱਖਰ ਨੇ, ਵਰਣ ਨੇ, ਜਿਹੜੇ ਵਰਣ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਰੰਗ ਕਿਹਾ ਜਾਂਦਾ। ਮਤਲਬ ਕਿ ਪਹਿਲਾਂ ਉਹ ਰੰਗ ਹੁੰਦੇ ਸੀਗੇ, ਸਾਡੇ ਵੇਲੇ ਹੁਣ ਉਹ ਵਰਣ ਬਣ ਗਏ। ਉਸ ਵੇਲੇ ਲੋਕ ਆਪਣਾ ਕੰਮ ਜੋ ਹੈ ਲਕੀਰਾਂ ਮਾਰ ਕੇ ਹਿਸਾਬ ਰੱਖਦੇ ਸਨ। ਠੀਕ ਹੈ, ਠੀਕਰੀਆਂ ਰੱਖ ਲੈਂਦੇ ਸੀ, ਨਹੀਂ ਤੇ ਉਹ ਉਨੀਆਂ ਠੀਕਰੀਆਂ ਚੱਕ ਕੇ ਰੱਖ ਲੈਣੀਆਂ ਉਹਨਾਂ ਨੇ। ਇਹੀ ਉਹਨਾਂ ਦੀ ਲਿਪੀ ਸੀ। ਪੰਜਾਬੀ ਲੋਕ ਗੀਤਾਂ ਵਿੱਚ ਆਉਂਦਾ ਹੈ, ਤੇਰੇ ਆਉਣ ਦੀਆਂ ਕਰਾਂ ਉਡੀਕਾਂ, ਮਾਰਾਂ ਕੰਧਾਂ ਉੱਤੇ ਲੀਕਾਂ। ਇਹ ਲੀਕ ਤੋਂ ਭਾਵ ਲਕੀਰ ਹੈ। ਕਈ ਹੋਰ ਤਰ੍ਹਾਂ ਦੇ ਹਿਸਾਬ, ਜਿੱਥੇ ਵਿਦਿਆ ਦੀ ਚਿਣਗ 20ਵੀਂ ਸਦੀ ਦੇ ਪਹਿਲੇ ਅੱਧ ਤੱਕ ਨਹੀਂ ਸੀ, ਲੋਕੀ ਹਿਸਾਬ ਕਿਤਾਬ ਲਕੀਰਾਂ ਮਾਰ ਕੇ ਕਰਦੇ ਸਨ। ਜੇਕਰ ਤੁਹਾਡੇ ਘਰ ਕੋਈ ਬਹੁਤ ਬਜ਼ੁਰਗ ਬਾਪੂ ਜੀ ਨੇ, ਤੁਸੀਂ ਉਹਨਾਂ ਕੋਲੋਂ ਪੁੱਛ ਕੇ ਵੇਖੋ ਕਿ ਉਹਨਾਂ ਦੇ ਬਾਪ ਦਾਦੇ ਕਿਵੇਂ ਹਿਸਾਬ ਕਿਤਾਬ ਰੱਖਦੇ ਹੁੰਦੇ ਸੀਗੇ। ਠੀਕ ਹੈ ਨਾ। ਉਹ ਲਾਈਨਾਂ ਮਾਰ ਕੇ ਡੰਡਿਆਂ ਨਾਲ ਰੱਖਦੇ ਹੁੰਦੇ ਸੀਗੇ, ਲਾਈਨਾਂ ਮਾਰ ਲੈਣੀਆਂ ਪੇਜ 'ਤੇ। ਪੰਜਾਬੀ ਮੁਹਾਵਰੇ ਅਤੇ ਅਖੌਤਾਂ ਵਿੱਚ ਰੰਗ ਬੰਨ੍ਹਣਾ
ਗੰਢ ਭੇਜਣਾ, ਗੰਢ ਦੇਣਾ, ਲਕੀਰ ਫੇਰਨੀ ਲਿਪੀ ਦੇ ਪ੍ਰਸੰਗ ਵਿੱਚ ਹੀ ਵਰਤੇ ਜਾਂਦੇ ਸਨ। ਲੜ ਬੰਨਣਾ ਅਤੇ ਪੱਲੇ ਬੰਨਣਾ ਇਸ ਰੀਤ ਦੇ ਯਾਦਗਾਰ ਹਨ। ਇਹ ਗੰਢ ਲਿਪੀ ਦਾ ਪ੍ਰਚਲਨ ਕਿਤਨਾ ਚਿਰ ਰਿਹਾ ਇਹਦਾ ਕੁਝ ਆਈਡੀਆ ਨਹੀਂ ਹੈ ਕਿ ਕਿੰਨਾ ਪੁਰਾਣਾ ਹੈ ਗੰਢ ਲਿਪੀ ਦਾ ਪ੍ਰਚਲਨ। ਹੁਣ ਗੰਢ ਲਿਪੀ ਤੋਂ ਬਾਅਦ ਕਿਹੜੀ ਲਿਪੀ ਬਣੀ? ਪ੍ਰਤੀਕ ਲਿਪੀ। ਕਿਹੜੀ ਬਣੀ? ਪ੍ਰਤੀਕ ਲਿਪੀ। ਗੰਢ ਲਿਪੀ ਤੋਂ ਅਗਲੀ ਹੈ। ਬਹੁਤ ਹੀ ਆਸਾਨ ਜਿਹਾ ਕੁਐਸਚਨ ਹੈ ਤੇ ਮਜ਼ੇਦਾਰ ਹੈ ਨਾਲੇ। ਗੰਢ ਲਿਪੀ ਦਾ ਪ੍ਰਚਲਨ ਕਿਤਨਾ ਕੁ ਸਮਾਂ ਰਿਹਾ ਇਸ ਬਾਰੇ ਵੀ ਵਿਦਵਾਨਾਂ ਨੂੰ ਕੁਝ ਨਹੀਂ ਪਤਾ, ਪਰ ਭਾਵਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਲਈ ਗੰਢਾਂ ਦੀ ਥਾਂ ਵਸਤਾਂ ਦਾ ਪ੍ਰਯੋਗ ਕੀਤਾ ਗਿਆ। ਪਹਿਲਾਂ ਗੰਢਾਂ ਮਾਰਦੇ ਹੁੰਦੇ ਸੀ, ਗੱਠਾਂ ਮਾਰ ਲੈਣੀਆਂ, ਹੁਣ ਕੋਈ ਚੀਜ਼ ਭੇਜ ਦੇਣੀ। ਵੱਖ-ਵੱਖ ਦੇਸ਼ਾਂ ਵਿੱਚ ਵਸਤਾਂ ਦਾ ਸਿਲਸਿਲਾ ਜੋ ਹੈ ਵੱਖ-ਵੱਖ ਤਰ੍ਹਾਂ ਦਾ ਹੈ। ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਵਿਆਹ ਖੁਸ਼ੀ ਵੇਲੇ ਆਪਣੀ ਬਰਾਦਰੀ ਅਤੇ ਦੋਸਤਾਂ ਮਿੱਤਰਾਂ ਵਿੱਚ ਮਠਿਆਈ ਭੇਜਣੀ, ਜਿਸ ਤੋਂ ਸਾਰੇ ਸਮਝ ਜਾਂਦੇ ਸੀ ਕਿ ਮਠਿਆਈ ਆਉਣ ਵਾਲੇ ਘਰ ਵਿੱਚ ਕੋਈ ਖੁਸ਼ੀ ਸਾਂਝੀ ਹੋਣ ਵਾਲੀ ਹੈ। ਫਿਰ ਮਾਤਮ ਹੁੰਦਾ, ਭੋਗ ਲਈ ਚਿੱਠੀ ਕਾਰਡ ਦਾ ਪਾਟਿਆ ਹੋਣਾ ਅੱਜ ਵੀ ਜੋ ਹੈ ਸ਼ੁਭ ਨਹੀਂ ਮੰਨਿਆ ਜਾਂਦਾ। ਪੁਰਾਤਨ ਸਮੇਂ ਕਬੀਲੇ ਆਪਸ ਵਿੱਚ ਲੜਾਈ ਝਗੜੇ ਲਈ ਕਿਸੇ ਪੰਛੀ ਦਾ ਮੀਟ ਜਾਂ ਮਾਂਸ ਦਾ ਟੁਕੜਾ ਭੇਜਦੇ ਸੀ, ਜਿਹਦੇ ਨਾਲ ਉਹਨਾਂ ਨੇ ਲੜਾਈ ਲੜਨੀ ਹੁੰਦੀ ਸੀ ਕਿ ਤਿਆਰ ਹੋ ਜਾਓ ਅਤੇ ਸੂਰਜ ਨਿਕਲਣ 'ਤੇ ਲੜਾਈ ਜਿਹੜੀ ਹੈ ਅਸੀਂ ਆਰੰਭ ਕਰਨੀ ਹੈ। ਮਾਂਸ ਦਾ ਟੁਕੜਾ ਭੇਜਣਾ। ਇਸ ਉੱਪਰ ਬੰਦ ਦਾ ਪ੍ਰਤੀਕ ਸਾਡੇ ਇਤਿਹਾਸ ਅਤੇ ਮਿਥਿਹਾਸ ਵਿੱਚ ਵਰਣਨ ਜੋ ਹੈ ਮਿਲਦਾ ਹੈ। ਕਾਲੇ ਕੱਪੜੇ ਪਹਿਨਣ ਦਾ ਅੱਜ ਕੱਲ੍ਹ ਫੈਸ਼ਨ ਹੈ, ਪਰ ਕਿਸੇ ਵੇਲੇ ਕਾਲੇ ਕੱਪੜੇ ਜਿਹੜੇ ਨੇ ਘਰ ਵਿੱਚ ਸੋਗ ਕਾਰਨ ਪਾਏ ਜਾਂਦੇ ਸੀਗੇ, ਜਾਂ ਸੂਫੀ ਦਰਵੇਸ਼ ਪਾਉਂਦੇ ਹੁੰਦੇ ਸੀ ਕਾਲੇ ਕੱਪੜੇ। ਇਸ ਤਰ੍ਹਾਂ ਸਾਧ ਮਹਾਤਮਾਵਾਂ ਲਈ ਭਗਵਾ ਰੰਗ ਜਿਹੜਾ ਹੈ ਉਹ ਪ੍ਰਤੀਕ ਹੁੰਦਾ ਹੈ ਕਿ ਉਹਨਾਂ ਨੇ ਇਹੀਓ ਕੱਪੜੇ ਪਾਉਣੇ ਨੇ। ਚਿੱਟੀ ਚੁੰਨੀ ਜੋ ਹੈ ਵਿਧਵਾ ਦੀ ਪ੍ਰਤੀਕ ਹੁੰਦੀ ਹੈ, ਬਿੰਦੀ ਸੁਹਾਗਣ ਦੀ, ਅਤੇ ਇਸ ਤਰ੍ਹਾਂ ਹੋਰ ਵੀ ਕਈ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ, ਜਿਸ ਤੋਂ ਭਲੀ ਭਾਂਤ ਸਪਸ਼ਟ ਹੋ ਜਾਂਦਾ ਕਿ ਪ੍ਰਤੀਕ ਲਿਪੀ ਦੀ ਪਰੰਪਰਾ ਬਹੁਤ ਪੁਰਾਣੀ ਹੈ। ਠੀਕ ਹੈ ਨਾ, ਇਹਦੇ 'ਚ ਕੋਈ ਨਾ ਕੋਈ ਵਸਤੂ ਦਾ ਸੰਬੰਧ ਹੁੰਦਾ ਸੀ। ਅੱਗੇ ਹੈ ਕਿ ਇੱਥੇ ਦੱਸਣਾ ਉਚਿਤ ਹੈ ਕਿ ਮੁੱਢਲਾ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਗੰਢ ਲਿਪੀ ਅਤੇ ਪ੍ਰਤੀਕ ਲਿਪੀ ਦਾ ਸਹਾਰਾ ਲੈਂਦਾ ਸੀ। ਸ਼ੁਰੂਆਤ ਵਿੱਚ ਜੋ ਹੈ ਮਨੁੱਖ ਕਿਹਦਾ ਸਹਾਰਾ ਲੈਂਦਾ ਸੀ? ਗੱਠਾਂ ਮਾਰਨ ਵਾਲਾ ਕੰਮ ਜਾਂ ਫਿਰ ਪ੍ਰਤੀਕਾਂ ਦਾ, ਜਿਹੜਾ ਅਨਪੜ੍ਹ ਲੋਕਾਂ ਵਿੱਚ ਅਜੇ ਵੀ ਚੱਲਦਾ ਰਿਹਾ। ਜਦ ਤੱਕ ਅਨਪੜ੍ਹ ਰਹੇ ਲੋਕ ਨਾ ਉਦੋਂ ਤੱਕ ਚੱਲਦਾ ਰਿਹਾ ਹੈ, ਮਤਲਬ ਕਿ ਬਹੁਤ ਪੁਰਾਤਨ ਨਹੀਂ ਤੁਸੀਂ ਇਹਨੂੰ ਕਹਿ ਸਕਦੇ। ਫਿਰ ਉਹਦੇ ਤੋਂ ਅਗਲੀ ਲਿਪੀ ਨੰਬਰ 3 ਵਾਲੀ ਲਿਪੀ ਬਣੀ। ਪਹਿਲੀ ਗੰਢ ਸੀਗੀ, ਦੂਜੀ ਪ੍ਰਤੀਕ ਸੀ, ਹੁਣ ਚਿੱਤਰ ਲਿਪੀ ਬਣੀ। ਲਿਖਤ ਦਾ ਪਹਿਲਾ ਰੂਪ ਜੋ ਹੈ ਚਿੱਤਰ ਲਿਪੀ ਹੈ। ਹੁਣ ਦੇਖੋ ਬੇਟਾ, ਜਦੋਂ ਬੱਚੇ ਸਕੂਲ ਵਿੱਚ ਜਾਂਦੇ ਨੇ ਨਾ, ਛੋਟੇ ਬੱਚੇ ਸਕੂਲ ਵਿੱਚ ਜਾਂਦੇ ਨੇ, ਪਹਿਲਾਂ ਉਹਨਾਂ ਨੂੰ ਚਿੱਤਰ ਹੀ ਬਣਾਉਣੇ ਸਿਖਾਏ ਜਾਂਦੇ ਨੇ। ਕਦੇ ਗੋਲ ਬਣਾ ਲਿਆ, ਕਦੇ ਟਰਾਈਐਂਗਲ, ਕਦੇ ਰੈਕਟੈਂਗਲ, ਇਹ ਸਿਖਾਏ ਜਾਂਦੇ ਨੇ। ਅਤੇ ਕਿਉਂਕਿ ਉਹ ਜਦੋਂ ਬਣਾਉਣੇ ਸਿੱਖਣਗੇ ਟਰਾਈਐਂਗਲ ਰੈਕਟੈਂਗਲ, ਉਹਦੇ ਤੋਂ ਬਾਅਦ ਹੀ ਜੋ ਹੈ ਉਹ ਕੋਈ ਭਾਸ਼ਾ ਦੇ ਲਿਪੀ 'ਚ ਇਹਨੂੰ ਕੁਛ ਲਿਖ ਪਾਉਣਗੇ, ਜਦੋਂ ਉਹਨਾਂ ਨੂੰ ਡਰਾਇੰਗ ਉਹਨਾਂ ਦੀ ਵਧੀਆ ਹੋਏਗੀ। ਠੀਕ ਹੈ ਨਾ, ਤਾਂ ਇਸ ਕਰਕੇ ਮਕਸਦ ਹੁੰਦਾ ਉਹਨਾਂ ਨੂੰ ਡਰਾਇੰਗ ਸਿਖਾਉਣ ਦਾ। ਅਤੇ ਮਨੁੱਖ ਵੀ ਜੋ ਹੈ ਪਹਿਲਾਂ ਚਿੱਤਰ ਬਣਾਉਂਦਾ ਰਿਹਾ। ਮਨੁੱਖ ਨੇ ਆਪਣੇ ਭਾਵਾਂ ਵਸਤੂਆਂ ਦਾ ਬੋਧ ਕਰਵਾਉਣ ਲਈ ਚਿੱਤਰਾਂ ਦਾ ਸਹਾਰਾ ਲਿਆ। ਮਨੁੱਖ ਚਿੱਤਰ ਬਣਾ ਕੇ ਆਪਣੀ ਗੱਲ ਸਮਝਾਉਂਦਾ ਸੀ, ਪਰ ਹਰ ਕੋਈ ਚਿੱਤਰਕਾਰ ਨਹੀਂ ਸੀ। ਸਗੋਂ ਕੁਝ ਲਕੀਰਾਂ ਬਣਾ ਕੇ ਹੀ ਭਾਵਾਂ ਦੁਆਰਾ ਘਟਨਾ ਜਿਹੜੀ ਹੁੰਦੀ ਸੀ ਨਾ ਉਹਨੂੰ ਸਾਕਾਰ ਕੀਤਾ ਜਾਂਦਾ ਸੀ। ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸ਼ਿਕਾਰ ਕਰਦਾ ਅਤੇ ਉਹਨਾਂ ਨਾਲ ਆਪਣਾ ਨਿਰਵਾਹ ਕਰਦਾ ਸੀ। ਇਹਨਾਂ ਭਾਵਾਂ ਨੂੰ ਉਹ ਪਸ਼ੂ ਜਾਨਵਰ ਦੀ ਸ਼ਕਲ ਬਣਾ ਕੇ ਉਸ ਦੇ ਢਿੱਡ ਵਿੱਚ ਤੀਰ ਦਾ ਨਿਸ਼ਾਨ ਬਣਾ ਦਿੰਦਾ। ਚਿੱਤਰ ਲਿਪੀ ਦਾ ਮੁੱਢ ਜੋ ਹੈ ਉਹ ਕੁਦਰਤ ਦੇ ਹਸੀਨ ਨਜ਼ਾਰਿਆਂ, ਪਸ਼ੂ ਪੰਛੀਆਂ ਅਤੇ ਜਾਨਵਰਾਂ ਦੀਆਂ ਤਸਵੀਰਾਂ, ਹੱਥਾਂ ਨਾਲ ਜ਼ਮੀਨ ਉੱਪਰ ਲਕੀਰਾਂ ਅਤੇ ਫਿਰ ਤੀਲੇ ਨਾਲ ਲਕੀਰਾਂ ਮਾਰ ਕੇ ਹੋਇਆ। ਬਾਅਦ ਵਿੱਚ ਦਰਖਤਾਂ ਦੇ ਪੱਤਿਆਂ ਅਤੇ ਪੱਥਰਾਂ ਉੱਪਰ ਵੀ ਜਿਹੜੇ ਨੇ ਨਾ ਚਿੱਤਰ ਬਣਨ ਲੱਗੇ। ਪਹਿਲੋਂ ਪਹਿਲ ਤਾਂ ਕੇਵਲ ਇਹ ਚਿੱਤਰ ਸਨ, ਪਰ ਜਦੋਂ ਸਮੇਂ ਦੇ ਬੀਤਣ ਨਾਲ ਮਨੁੱਖ ਵਿੱਚ ਸੋਝੀ ਆਈ ਤਾਂ ਉਸਨੇ ਆਪਣੇ ਵਿਚਾਰ, ਖਿਆਲਾਂ ਅਤੇ ਜਜ਼ਬਿਆਂ ਨੂੰ ਤਸਵੀਰਾਂ ਵਿੱਚ ਸ਼ਾਮਿਲ ਕਰ ਲਿਆ। ਹੁਣ ਇਹ ਚਿੱਤਰਾਂ ਦੀ ਥਾਂ ਚਿੱਤਰ ਲਿਪੀ ਸੀ। ਫਰਾਂਸ, ਸਪੇਨ, ਇਟਲੀ, ਮਿਸਰ, ਯੂਨਾਨ, ਕਿਸੇ ਵੀ ਬੜੀ ਉੱਚੀ ਸੱਭਿਅਤਾ ਦੇ ਮਾਲਕ ਰਹੇ ਦੇਸ਼, ਅਤੇ ਚਿੱਤਰ ਲਿਪੀ ਦੇ ਨਮੂਨੇ ਉੱਥੇ ਬਹੁਤ ਮਿਲਦੇ ਨੇ। ਪੱਥਰਾਂ, ਹੱਡੀਆਂ ਅਤੇ ਭਾਂਡਿਆਂ ਉੱਪਰ ਜਿਹੜੇ ਉਹਨਾਂ ਦੇ ਚਿੱਤਰ ਉਕਰੇ ਹੋਏ ਨੇ। ਭਾਰਤ ਵਿੱਚ ਭੋਜ ਪੱਤਰਾਂ, ਦਰਖਤਾਂ ਦੀਆਂ ਛਿੱਲਾਂ, ਚਮੜੇ, ਕਾਠ ਦੀਆਂ ਪੱਟੀਆਂ
ਮ੍ਰਿਗ ਛਾਲਾਂ, ਹਾਥੀ ਦੇ ਦੰਦਾਂ, ਪਹਾੜਾਂ ਦੀਆਂ ਚੱਟਾਨਾਂ ਉੱਪਰ ਜੋ ਹੈ ਚਿੱਤਰਲਿਪੀ ਦੇ ਚਿੰਨ੍ਹ ਜਿਹੜੇ ਨੇ ਉਹ ਵੇਖਣ ਨੂੰ ਮਿਲਦੇ ਨੇ। ਇਹ ਲਿਪੀ ਸਾਰੇ ਦੇਸ਼ਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਚਲਿਤ ਰਹੀ, ਪਰ ਭਾਵਾਂ ਤੇ ਉਦਗਾਰਾਂ ਦਾ ਪ੍ਰਗਟ ਕਰਨ ਤੋਂ ਅਸਮਰੱਥ ਹੀ ਰਹੀ। ਮਤਲਬ ਕਿ ਪੂਰੀ ਤਰ੍ਹਾਂ ਨਾਲ ਭਾਵ ਬੰਦਾ ਫੋਟੋਆਂ ਵਿੱਚ ਵੀ ਆਪਣੇ ਨਹੀਂ ਪ੍ਰਗਟਾ ਸਕਦਾ, ਕਿਉਂਕਿ ਇਸ ਵਿੱਚ ਭਾਵਾਂ ਨੂੰ ਸੀਮਿਤ ਕੀਤਾ ਜਾਂਦਾ ਹੈ। ਇਹ ਚਿੱਤਰਲਿਪੀ ਕੇਵਲ ਮਨੁੱਖ ਦੀਆਂ ਨਿੱਕੀਆਂ ਮੋਟੀਆਂ ਲੋੜਾਂ ਦੀ ਹੀ ਪੂਰਤੀ ਕਰਦੀ ਸੀ। ਅਤੇ ਉਹਦੇ ਤੋਂ ਬਾਅਦ ਅਗਲੀ ਜਿਹੜੀ ਲਿਪੀ ਚੱਲੀ ਉਹ ਸੀਗੀ ਭਾਵ ਲਿਪੀ। ਜਿਹੜੀ ਸੀ ਭਾਵ ਲਿਪੀ। 1 2 3 ਹੁਣ ਚੌਥੀ ਹੈ ਭਾਵ ਲਿਪੀ। ਸਮਾਂ ਬੀਤਣ ਉਪਰੰਤ ਚਿੱਤਰ ਲਿਪੀ ਤੋਂ ਅਗਲਾ ਪੜਾਅ ਜਿਹੜਾ ਹੈ ਉਹ ਭਾਵ ਲਿਪੀ ਦਾ ਆਇਆ। ਇਸ ਵਿੱਚ ਚਿੱਤਰ ਤੇ ਵਸਤੂ ਆਦਿ ਪ੍ਰਤੀਨਿਧ ਨਹੀਂ ਸਨ। ਇਹਦੇ 'ਚ ਨਾ ਚਿੱਤਰ ਸੀ ਨਾ ਕੋਈ ਵਸਤੂ ਸੀ, ਸਗੋਂ ਵਸਤਾਂ ਦਾ ਸੰਬੰਧਿਤ ਭਾਵਾਂ ਨੂੰ ਪ੍ਰਗਟਾਇਆ ਜਾਂਦਾ ਸੀ, ਵਸਤੂਆਂ ਨਾਲ ਸੰਬੰਧਿਤ। ਸਮਾਂ ਬੀਤਣ ਉਪਰੰਤ ਭਾਵਾਂ ਲਈ ਧੁਨੀਆਤਮਕ ਲਿਪੀ ਅੱਖਰ ਤੇ ਵਰਣ ਆਦਿ ਦਾ ਸਰੂਪ ਹੋਣ ਦੀ ਚਾਹਿਆ। ਭਾਵਾਂ ਭਾਸ਼ਾ ਧੁਨੀਆਂ ਅੱਖਰਾਂ ਜਾਂ ਵਰਨਾਂ ਆਦਿ ਲਈ ਚਿੰਨ੍ਹ ਨਿਯਤ ਕੀਤੇ ਗਏ ਅਤੇ ਇਹ ਅਜੋਕੀ ਲਿਪੀ ਜੋ ਹੈ ਹੋਣ ਦੀ ਚਾਹੀ। ਭਾਵ ਲਿਪੀ ਤੋਂ ਬਾਅਦ ਦੇਖੋ ਜੋ ਹੈ ਹੋਣ ਦੀ ਚਾਹੀ, ਜਿਹਨੂੰ ਹੁਣ ਅਸੀਂ ਆਪਣੀ ਮੋਡਰਨ ਲਿਪੀ ਨੂੰ ਕਹਿੰਦੇ ਹਾਂ ਧੁਨੀਆਤਮਕ ਲਿਪੀ। ਕਿਹੜੀ ਲਿਪੀ? ਧੁਨੀਆਤਮਕ ਲਿਪੀ। ਆਵਾਜ਼ ਹੁੰਦੀ ਹੈ ਜਿਹਦੇ 'ਚ ਸਾਊਂਡ ਹੁੰਦੀ ਹੈ। ਧੁਨੀ ਮੀਨਸ ਸਾਊਂਡ। ਉਪਰੋਕਤ ਚਰਚਾ ਵਿੱਚ ਅਸੀਂ ਵਿਚਾਰ ਕਰ ਚੁੱਕੇ ਹਾਂ ਕਿ ਗੰਢ ਲਿਪੀ, ਪ੍ਰਤੀਕ ਲਿਪੀ, ਚਿੱਤਰ ਲਿਪੀ, ਭਾਵ ਲਿਪੀ ਵਿਚਾਰਾਂ ਦਾ ਸੀਮਿਤ ਕਾਰਜ ਤਾਂ ਸਮੇਟਦੇ ਹਨ। ਮਤਲਬ ਕਿ ਇੱਕ ਹੁਣ ਛੋਟੇ ਬੱਚੇ ਨੂੰ ਮੰਨਿਆ, ਜੇਕਰ ਤੁਸੀਂ ਕਹੋ ਕਿ ਗੱਠਾ ਮਾਰ ਕੇ ਕੁਝ ਸਮਝਾਏ ਉਹ ਤੁਹਾਨੂੰ, ਹੈ ਨਾ, ਫਿਰ ਉਹ ਪ੍ਰਤੀਕਾਂ ਨਾਲ ਕੁਝ ਸਮਝਾਏ, ਕਿਸੇ ਹੋਰ ਚੀਜ਼ ਦੇ ਇਸ਼ਾਰੇ ਨਾਲ। ਗੂੰਗਾ ਬੰਦਾ ਕਿੰਨੇ ਕੁ ਇਸ਼ਾਰਿਆਂ ਨਾਲ ਸਮਝਾ ਦੇਗਾ, ਪੂਰੀ ਗੱਲ ਨਹੀਂ ਨਾ ਸਮਝਾ ਸਕਦਾ। ਉਹੀ ਲਿਪੀ ਵਾਲੀ ਗੱਲ ਰਹੀ ਕਿ ਜਦ ਤੱਕ ਬੋਲ ਨਹੀਂ ਨਾ ਬੰਦੇ ਨੂੰ ਮਿਲੇ ਉਦੋਂ ਤੱਕ ਉਹ ਆਪਣੀ ਗੱਲ ਨੂੰ ਪੂਰੀ ਤਰ੍ਹਾਂ ਸਮਝਾ ਨਹੀਂ ਸਕਿਆ। ਅਤੇ ਵਿਚਾਰਾਂ ਮਤਲਬ ਕਿ ਇੱਕ ਲਿਮਿਟ ਤੱਕ ਦੇ ਵਿਚਾਰਾਂ ਨੂੰ ਸਮੇਟਦੇ ਰਹੇ। ਇਸ ਦਾ ਧੁਨੀ ਨਾਲ ਕੋਈ ਸੰਬੰਧ ਨਹੀਂ। ਲਿਪੀ ਦੇ ਵਿਕਾਸ ਵਿੱਚ ਧੁਨੀ ਲਿਪੀ ਦਾ ਹੀ ਸਭ ਤੋਂ ਵੱਧ ਮਹੱਤਵ ਹੈ। ਮਤਲਬ ਕਿ ਲਿਖਣ ਦੇ ਵਿਕਾਸ ਵਿੱਚ ਜੇਕਰ ਸਭ ਤੋਂ ਜ਼ਿਆਦਾ ਕਿਸੇ ਚੀਜ਼ ਦਾ ਮਹੱਤਵ ਹੈ ਉਹ ਧੁਨੀਆਂ ਦਾ ਹੀ ਹੈ। ਲਿਖਤ ਵਿੱਚ ਭਾਸ਼ਾ ਦੀ ਵਿਸ਼ੇਸ਼ ਧੁਨੀ ਹੀ ਪ੍ਰਗਟ ਹੁੰਦੀ ਹੈ। ਇਸ ਤਰ੍ਹਾਂ ਲਿਖਤ ਰੂਪ ਭਾਸ਼ਾ ਦਾ ਹੀ ਦੂਜਾ ਰੂਪ ਹੈ। ਭਾਰਤ ਦੀ ਲਿਪੀ ਵਿੱਚ ਦੂਸਰੇ ਦਾ ਅੰਗ ਬਣ ਕੇ ਰਹਿੰਦੇ ਨੇ। ਭਾਸ਼ਾ ਅਤੇ ਲਿਪੀ ਜਿਹੜੇ ਹੁੰਦੇ ਨੇ ਨਾ ਉਹ ਇੱਕ ਦੂਜੇ ਦਾ ਅੰਗ ਬਣ ਕੇ ਰਹਿੰਦੇ ਨੇ। ਭਾਸ਼ਾ ਬੋਲਚਾਲ ਵਾਲੀ, ਲਿਪੀ ਲਿਖਣ ਵਾਲੀ। ਧੁਨੀਆਤਮਕ ਲਿਪੀ ਵਿੱਚ ਅੱਖਰਾਂ ਅਤੇ ਵਰਣਾਂ ਦਾ ਆਪਣਾ ਮਹੱਤਵ ਹੈ। ਧੁਨੀਆਤਮਕ ਲਿਪੀ 'ਚ ਜਿਹੜੀ ਲਿਪੀ ਹੁਣ ਸਾਡੇ ਕੋਲ ਹੈਗੀ ਹੈ ਇਹਦੇ 'ਚ ਅੱਖਰਾਂ ਦਾ ਅਤੇ ਵਰਣਾਂ ਦਾ ਆਪਣਾ ਮਹੱਤਵ ਹੈ। ਅੱਖਰ ਲਿਪੀ ਵਿੱਚ ਸੁਰ ਚਿੰਨ੍ਹਾਂ ਨੂੰ ਵਿਅੰਜਨਾਂ ਨਾਲ ਜੋੜ ਕੇ ਲਿਖਣ ਦੇ ਮੂਲ ਉਤਪਾਦਨ ਅੱਖਰ ਹੁੰਦੇ ਹਨ। ਭਾਵ ਵਰਣਾਂ ਨਾਲ ਸੁਰ ਜੁੜਿਆ ਹੁੰਦਾ ਹੈ। ਪੰਜਾਬੀ ਸ਼ਬਦ ਘਰ, ਹਟ ਜਿਹੜੇ ਸ਼ਬਦ ਨੇ ਉਹਦੇ ਵਿੱਚ ਲਿਪੀ ਚਿੰਨ੍ਹ ਕ ਅਤੇ ਹ ਕ੍ਰਮਵਾਰ ਕ ਹ ਅੱਖਰ ਦਾ ਪ੍ਰਗਟਾ ਕਰਦੇ ਹਨ। ਧੁਨੀ ਸਮੂਹ ਦਾ ਨਹੀਂ। ਮਤਲਬ ਕਿ ਇਹ ਨਹੀਂ ਹੈ ਕਿ ਧੁਨੀ ਸਮੂਹ ਹੈਗਾ ਇਹ, ਜਦੋਂ ਤੁਸੀਂ ਕ ਅਤੇ ਰ ਨੂੰ ਇਕੱਠਾ ਕਰਕੇ ਲਿਖ ਲਿਆ, ਇਹ ਧੁਨੀ ਸਮੂਹ ਨਹੀਂ ਹੈ, ਇਹ ਅੱਖਰ ਬਣ ਗਿਆ। ਫਿਰ ਸ਼ਬਦ ਵਿੱਚ ਸ਼ਬਦ ਦੇ ਵਿਕਾਸ ਵਿੱਚ ਸਭ ਤੋਂ ਉਚੇਰੀ ਥਾਂ ਵਰਣਾਂ ਦੀ ਹੈ। ਲਿਪੀ ਦੇ ਵਿਕਾਸ ਵਿੱਚ ਨਾ ਸਭ ਤੋਂ ਉੱਚੀ ਥਾਂ ਕਿਸ ਦੀ ਹੈ? ਵਰਣਾਂ ਦੀ ਹੈ। ਹਰੇਕ ਵਰਣ ਧੁਨੀ ਦਾ ਪ੍ਰਤੀਕ ਹੁੰਦਾ ਹੈ। ਸਾਰੇ ਜਿਹੜੇ ਸਾਡੇ ਊੜਾ ਆੜਾ ਈੜੀ ਸੱਸਾ ਸਾਰੇ ਜਿਹੜੇ ਨੇ ਧੁਨੀਆਂ ਦੇ ਪ੍ਰਤੀਕ ਨੇ। ਵੈਦਿਕ ਭਾਸ਼ਾ ਵਿੱਚ 52, ਰੋਮਨ ਵਿੱਚ 26 ਧੁਨੀ ਪ੍ਰਤੀਕ ਹਨ ਅਤੇ ਪੰਜਾਬੀ ਭਾਸ਼ਾ 'ਚ ਸਾਡੇ ਕੋਲ ਕੁੱਲ 35 ਧੁਨੀਆਂ ਹਨ। ਬਾਕੀ 6 ਦੇ ਪੈਰਾਂ ਵਿੱਚ ਬਿੰਦੀ ਲਾ ਕੇ ਅਸੀਂ ਜੋ ਹੈ ਕੰਮ ਚਲਾਉਂਦੇ ਹਾਂ। ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਨੂੰ ਗੁਰਮੁਖੀ ਲਿਪੀ ਵਿੱਚ ਵਧੇਰੀ ਸਫਲਤਾ ਨਾਲ ਲਿਖਿਆ ਜਾ ਸਕਦਾ ਹੈ। ਭਾਰਤ ਵਿੱਚ ਕੋਈ ਵੀ ਜਿਹੜੀ ਹੋਰ ਲੈਂਗੁਏਜ ਹੈਗੀ ਹੈ ਨਾ, ਤੁਸੀਂ ਉਹਨੂੰ ਬੜੇ ਆਰਾਮ ਨਾਲ ਜੋ ਹੈ ਗੁਰਮੁਖੀ ਲੈਂਗੁਏਜ ਵਿੱਚ ਲਿਖ ਸਕਦੇ ਹੋ, ਜਦੋਂ ਕਿ ਦੇਵਨਾਗਰੀ ਅਤੇ ਹਿੰਦੂ ਵਿੱਚ ਅਜਿਹਾ ਕਰਨਾ ਅਸੰਭਵ ਹੈ। ਲਿਪੀ ਕਲਾ ਦੇ ਸਮੇਂ ਪ੍ਰਚਲਿਤ ਲਿਪੀਆਂ ਦਾ ਵਿਕਾਸ ਮਨੁੱਖ ਦੀ ਅਕਲ, ਬੁੱਧੀ, ਕਲਪਨਾ ਅਤੇ ਖੋਜ ਆਧਾਰਿਤ ਹੈ, ਜਿਸ ਦਾ ਹੁਣ ਵਾਲਾ ਰੂਪ ਵੀ ਸੰਪੂਰਨ ਨਹੀਂ, ਕਿਉਂਕਿ ਵਿਗਿਆਨਿਕ ਲੱਭਤ ਨਾਲ ਕਈ ਨਵੇਂ ਚਮਤਕਾਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਅਤੇ ਇੰਝ ਲਿਪੀ ਦਾ ਜਨਮ ਜੋ ਹੈ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਸਦੀਆਂ ਵਿੱਚ ਹੋਇਆ। ਇੰਝ ਨਹੀਂ ਨਾ ਹੋਇਆ ਕਿ ਇੱਕ ਦਿਨ ਵਿੱਚ ਲਿਪੀ ਬਣ ਕੇ ਤਿਆਰ ਹੋ ਗਈ। ਇੱਕ ਦਿਨ ਵਿੱਚ ਕਦੇ ਵੀ ਨਹੀਂ ਬਣੀ ਲਿਪੀ। ਦੇਖੋ ਬੜੇ ਸਮੇਂ ਤੋਂ ਆਦੀਵਾਸੀ ਲੋਕ ਸ਼ਾਇਦ ਗੰਡਾ ਮਾਰਦੇ ਰਹੇ, ਉਹਦੇ ਤੋਂ ਬੜੇ ਬਾਅਦ ਤੱਕ ਵੀ ਗੰਡਾ ਮਾਰਦੇ ਰਹੇ, ਫਿਰ
ਪ੍ਰਤੀਕ ਫੋਟੋਆਂ ਬਣਾ ਕੇ ਫਿਰ ਚਿੱਤਰ ਬਣਾ ਕੇ ਐਵੇਂ ਐਵੇਂ ਕਰਕੇ ਜੋ ਹੈ ਲਿਪੀ ਇੱਥੇ ਤੱਕ ਪਹੁੰਚੀ, ਧੁਨੀਆਤਮਕ ਲਿਪੀ ਤੱਕ ਪਹੁੰਚੀ। ਠੀਕ ਹੈ ਬੇਟਾ, ਬਹੁਤ ਆਸਾਨ ਜਿਹਾ ਅਤੇ ਇੰਟਰਸਟਿੰਗ ਜਿਹਾ ਕੁਐਸਚਨ ਹੈ, ਸਮਝ ਆ ਜਾਏਗਾ ਤੁਹਾਨੂੰ। ਓਕੇ, ਥੈਂਕ ਯੂ।